सत श्री अकाल। ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਵਿਗਿਆਨ, ਜਿਹਨੂੰ ਅਸੀਂ ਸਾਇੰਸ ਕਹਿੰਦੇ ਹਾਂ, ਔਰ ਅਧਿਆਤਮ ਸਪਿਰਿਚੁਅਲਿਟੀ, ਇਹ ਦੋ ਅਲੱਗ ਪਹਿਲੂ ਹਨ। ਅਧਿਆਤਮਿਕਵਾਦੀ ਜਿਹੜੇ ਨੇ ਉਹ ਵਿਗਿਆਨ ਵੱਲ ਨਹੀਂ ਜਾਂਦੇ ਸੀ, ਔਰ ਜਿਹੜੇ ਵਿਗਿਆਨੀ ਸੀ ਉਹ ਸਪਿਰਿਚੁਅਲਿਟੀ ਵੱਲ ਨਹੀਂ ਜਾਂਦੇ ਸੀ। ਉਹਨੂੰ ਇੱਕ ਧਰਮ ਦਾ ਰੂਪ ਦਿੱਤਾ ਗਿਆ ਸੀ, ਜੋ ਕਿ ਅਨੇਕ ਧਰਮਾਂ ਵਿੱਚ ਅਸੀਂ ਵੰਡੇ ਗਏ, ਕਿਉਂਕਿ ਜੋ ਬॉडी कॉन्शियस आई और चेतना सी, और उससे विच पहला की परिवर्तन आया, क्यों ये गलती हुई, कदों ये गलती हुई। संसार दे विच चलदे होए देवी देवतियां दे फोटो देखो, किस तरह चमकदा चेहरा है, उन्हां दीयां नज़रां दे विच दिव्यता है। अज इस चीज नूं तां असीं समझ लिया कि हर व्यक्ति जदों इस सृष्टि विच उतरिया, व्यक्ति एक्चुअली की चीज है कि ह्यूमन बॉडी है और उसनूं चलाउण वाली लाइफ, वो लाइफ इस संसार तो परे तो आई, ਉਹਨੂੰ ਇਹ शरीर एक उपहार दे रूप ਵਿੱਚ ਮਿਲਿਆ, पार्ट प्ले करना शुरू किया। पहला व्यक्ति की सोच सीगी कि मैं एक चेतन शक्ति आत्मा हाँ, बॉडी मेरा शरीर है, मैं और मेरे विच अंतर सी। पर की होया, हौली 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 व्यक्ति देहवान विच आया। कोई अज की गल नहीं, सदियां पहलां दी गल। ਤਾਂ ऋषि मुनिया ने ईश्वर ਨੂੰ याद करना शुरू किया, तप करना शुरू किया, और ये जड़ी सदियां दी वाइब्रेशन, सदियां दी तपस्या और साडी आवाज उस ईश्वर तक पहुंचती, तो उस ईश्वर की प्रेरणा भी सानू आनी शुरू हो जाती। समय प्रति समय साडे धर्म स्थापकों ने सानू जगाउण की कोशिश की, पर अज साडे उत्थान की बजाय साडा पतन होना शुरू हो गया, गिरावट वल चलते हैं। कदे कोई भी चीज, कोई भी सिस्टम, ये बॉडी भी है ना, ये एक सिस्टम है, एक छोटा सिस्टम है। जदों इहदे विच थ्योरी ऑफ थर्मोडायनेमिक्स जो है, जिन्हों असी एंट्रोपी कहने हैं, एंट्रोपी का अर्थ है प्रदूषण। ये प्रदूषण पहला है नहीं सी, जीरो लेवल से एंट्रोपी जीरो लेवल से। जदों ये संसार आदि दे विच ईश्वर ने रचा और उसने इस तरह की शिक्षा दे करके अपने बच्चों उन्हां शक्तियां द्वारा, दैवी शक्तियां द्वारा, जिस तरह परमात्मा नूं असीं कहंदे हैं कि वो तां शक्तियां दा सागर है, गुणां दा सागर है, प्यार दा भी सागर है। उन्हें वो प्यार दे करके, वो शक्तियां दे करके, वो गुणां दी शिक्षा दे करके इस संसार की रचना की। तो उस टाइम दे उत्ते प्रदूषण नहीं सी। ये पंज तत्व, हवा, पानी, मिट्टी, आकाश, इहदा बुनिया होया तन, ये भी सतो प्रधान सी। पर ज्यों ज्यों गिरावट हुई, एंट्रोपी जिन्हों प्रदूषण कहा जाता है, ये दोनों जगह बदलना शुरू हो। पंजा तत्वां दे विच भी प्रदूषण होना शुरू हो, और आत्मा भी गिरावट वल शुरू हो।
ਜੋ ਆਤਮਾ ਸੰਪੂਰਨ ਨਿਰਵਿਕਾਰੀ ਗਾਈ ਜਾਂਦੀ ਸੀ, ਉਹਨਾਂ ਦੇ ਅੰਦਰ ਇਹ ਪੰਜ ਦੁਸ਼ਮਣਾਂ ਨੇ ਪ੍ਰਵੇਸ਼ ਕਰਨਾ ਸ਼ੁਰੂ ਕੀਤਾ। ਇਸ ਦਾ ਆਧਾਰ ਕੀ ਬਣਿਆ? ਇਹਦਾ ਆਧਾਰ ਬਣਿਆ ਬਾਡੀ ਕੌਨਸ਼ੀਅਸ। ਤਾਂ ਜਿਹੜੀ ਅੰਦਰ ਚੇਤਨਾ ਹੈ ਉਹ ਵਿਸਮ੍ਰਿਤ ਹੋ ਗਈ, ਉਹ ਆਪਣੇ ਆਪ ਨੂੰ ਭੁੱਲ ਗਈ। ਅਸੀਂ ਆਪਣੇ ਆਪ ਨੂੰ ਸਰੀਰ ਸਮਝ। ਅੱਜ ਦੀ ਮੈਡੀਕਲ ਸਾਇੰਸ ਇੰਨੀ ਉੱਚੀ ਚਲੀ ਗਈ ਹੈ, ਉਹਨਾਂ ਦਾ ਪ੍ਰਯੋਗ, ਉਹਨਾਂ ਨੇ ਐਡੀ ਵੱਡੀ ਰਿਸਰਚ ਕਰ ਲਈ ਕਿ ਬਾਡੀ ਇਜ਼ ਮੇਡ ਆਫ ਮੋਲੀਕਿਊਲਸ, ਕਿ ट्रिलियंस और बिलियंस ਸੈੱਲਾਂ ਤੋਂ ਬਣੀ ਹੋਈ ਇਹ ਬਾਡੀ ਹਰ ਮਿੰਟ, ਹਰ ਸੈਕਿੰਡ, ਹਰ ਵਰਸ਼ ਪਰਿਵਰਤਨਸ਼ੀਲ ਹੈ। ਯੂਨੀਵਰਸਲ ਫੋਰਸਿਸ ਜਿਹੜੀਆਂ ਹਨ, ਹਵਾ, ਪਾਣੀ, ਮਿੱਟੀ, ਆਕਾਸ਼ ਦੇ ਦੁਆਰਾ ਦੋ ਸਿਸਟਮ, ਜਿਨ੍ਹਾਂ ਨੂੰ ਮੈਂ ਇਹ ਕਹਾਂਗਾ ਕਿ ਐਨਾਬੋਲਿਕ ਔਰ ਕੈਟਾਬੋਲਿਕ, ਇਹ ਹੈ ਬਣਨਾ ਔਰ ਡਿਸਟਰੋਏ ਹੋਣਾ। ਸਾਡਾ ਸਰੀਰ ਬਣਦਾ ਵੀ ਰਿਹਾ ਔਰ ਸਾਡੇ ਸਰੀਰ ਦੇ ਸੈੱਲ ਡੈਡ ਵੀ ਹੁੰਦੇ ਰਹੇ, ਔਰ ਕੁਝ ਵਰਸ਼ਾਂ ਦੇ ਅੰਦਰ ਹੀ, 2-3 ਵਰਸ਼ਾਂ ਦੇ ਅੰਦਰ ਹੀ 98% ਬਾਡੀ ਕੇ ਸੈੱਲ ਰੈਜ਼ਿਊਮ ਹੋ। ਹੁਣ ਜੇ ਆਪਾਂ ਆਪਣੇ ਆਪ ਨੂੰ ਸਰੀਰ ਸਮਝੀਏ ਤਾਂ ਆਪਾਂ ਕਿਹੜਾ ਸਰੀਰ ਆ? ਕਿਉਂਕਿ ਹਰ 5-4 ਸਾਲਾਂ ਤੋਂ ਮਗਰੋਂ ਸਰੀਰ ਬਦਲ ਜਾਂਦਾ। ਸਿਰਫ 1-2% ਬ੍ਰੇਨ ਦੇ ਨਰਵ ਸੈੱਲ ਹਨ ਜਿਨ੍ਹਾਂ ਨੂੰ ਆਤਮਾ ਨੇ ਹੋਲਡ ਕਰਕੇ ਰੱਖਿਆ, ਕੌਨਸ਼ੀਅਸ ਨੇ ਹੋਲਡ ਕਰਕੇ ਰੱਖਿਆ, ਜਿੱਥੋਂ ਸਾਰੇ ਆਦੇਸ਼ ਸਾਰੇ ਸਰੀਰ ਦੀ ਕਰਮ ਇੰਦਰੀਆਂ ਨੂੰ ਪਹੁੰਚਦੇ। ਆਰਡਰ ਕਰਨ ਵਾਲਾ ਹੋਰ ਹੈ, ਆਰਡਰ ਨੂੰ ਜੀਵਨ ਵਿੱਚ ਲਿਆਉਣ ਵਾਲਾ ਹੋਰ ਹੈ। ਚੇਤਨ ਸ਼ਕਤੀ ਜਿਹੜੀ ਹੈ ਉਹ ਆਦੇਸ਼ ਨੂੰ ਲੈਣ ਵਾਲੀ, ਪ੍ਰਵੇਸ਼ ਕਰਨ ਵਾਲੀ, ਔਰ ਆਦੇਸ਼ ਨੂੰ ਵਾਪਸ ਉਸਦਾ ਰਿਸਪੌਂਸ ਕਰਨ ਵਾਲੀ ਵੀ ਆਤਮਾ ਹੈ। ਇਹ ਸਰੀਰ ਕਰਮ ਇੰਦਰੀਆਂ ਦੁਆਰਾ ਜੋ ਆਦੇਸ਼ ਮਿਲਦੇ, ਇਹ ਸਾਰੇ ਆਦੇਸ਼ ਅੱਜ ਵਿਗਿਆਨਕ ਸਮਝ ਚੁੱਕੇ ਹਨ ਕਿ ਇਸ ਬ੍ਰੇਨ ਦੇ ਅੰਦਰ ਕੋਈ ਬੈਠਾ ਹੈ। ਇਹ ਬ੍ਰੇਨ ਦਾ ਕੋਈ ਹਿੱਸਾ ਨਹੀਂ ਹੈ ਜੋ ਇਹ ਆਦੇਸ਼ ਦੇਵੇ, ਤਾਂ ਆਤਮਾ ਤੋਂ ਹੀ ਆਦੇਸ਼ ਮਿਲਦਾ ਹੈ। ਗੱਲ ਚੱਲੀ ਸੀਗੀ ਕਿ ਪ੍ਰਦੂਸ਼ਣ ਵਧ ਰਿਹਾ ਹੈ, ਇੰਟਰੋਪੀ ਵਧ ਰਹੀ ਹੈ। ਅੱਜ ਦੇ ਟਾਈਮ ਵਿੱਚ ਜੇ ਥੋੜਾ ਜਿਹਾ ਧਿਆਨ ਦਿੱਤਾ ਜਾਵੇ ਤਾਂ ਪ੍ਰਦੂਸ਼ਣ ਹਾਈਐਸਟ ਲੈਵਲ ਦੇ ਉੱਤੇ ਚਲਾ ਗਿਆ। ਕਿਹਾ ਜਾਂਦਾ ਹੈ ਕਿ ਫਸਟ ਲਾਅ ਆਫ ਥਰਮੋਡਾਇਨਾमिक्स और सेकंड लॉ ऑफ थर्मोडायनेमिक्स, प्रदूषण कोई भी सिस्टम, ये संसार पूरा ही विश्व एक क्लोज्ड सिस्टम है जिसके अंदर एक्टिविटी चलती ही रहती है। ਆਪਾਂ ਕਲੈਕਟਿਵ ਐਕਟੀਵਿਟੀ ਕਰਦੇ ਹਾਂ ਔਰ ਹੌਲੀ ਹੌਲੀ ਆਪਾਂ ਸਾਰੇ ਹੀ ਇਸ ਇੰਟਰੋਪੀ ਨੂੰ ਵਧਾ ਚੁੱਕੇ। ਤਾਂ ਹੁਣ ਇਸ ਪ੍ਰਦੂਸ਼ਣ ਦਾ ਅੰਤ ਆ ਗਿਆ, ਕਿਉਂਕਿ ਸਾਡਾ ਮਨ ਸ਼ਾਂਤ ਨਹੀਂ, ਮਨ ਭਟਕ ਰਿਹਾ ਹੈ। ਮਨ ਨੂੰ ਨਿਯੰਤਰਣ ਵਾਲੀ ਸ਼ਕਤੀ ਵੀ ਉਹ ਵੀ ਸਥਿਰ ਨਹੀਂ ਹੈ, ਜਿਹਨੂੰ ਅਸੀਂ ਬੁੱਧੀ ਦਾ ਰੂਪ ਦਿੰਦੇ ਹਾਂ ਜਾਂ ਨਿਰਣੈ ਸ਼ਕਤੀ ਕਹਿੰਦੇ ਹਾਂ, ਜੋ ਇੱਕ ਜੱਜ ਦਾ ਕੰਮ ਕਰਦੀ ਹੈ ਔਰ ਮਨ ਇੱਕ ਵਕੀਲ ਦਾ ਕੰਮ ਕਰਦਾ ਹੈ। ਅਗਰ ਵਕੀਲ ਹੀ ਗਲਤ ਹੈ ਔਰ ਜੱਜ ਨੂੰ ਆਪਣੇ ਪਿੱਛੇ ਲਗਾਉਂਦਾ, ਤਾਂ ਜੋ ਵੀ ਸੰਸਕਾਰ ਬਣਦਾ ਹੈ ਉਹ ਸੰਸਕਾਰ ਦੇ ਆਧਾਰ ਦੇ ਉੱਤੇ ਅਸੀਂ ਕੰਮ ਕਰਦੇ ਹਾਂ, ਜਿਹਨੂੰ ਅਸੀਂ ਇਹ ਮੰਨ ਲੈਂਦੇ ਹਾਂ ਮੇਰੀ ਤਾਂ ਇਹ ਆਦਤ ਹੈ,
ਮੇਰੀ ਇਹ ਨੇਚਰ ਹੈ। ਇਹ ਨੇਚਰ ਜਿਹੜੀ ਸਾਡੀ ਓਰੀਜਨਲ ਸੀ, ਜਿਹੜੀ ਸਾਤਵਿਕ ਸੀ, ਉਹ ਨੇਚਰ ਤੋਂ ਅਸੀਂ ਇੱਕ ਕਦਮ ਪਾਸੇ ਹਟ ਗਏ। ਸਾਡੀ ਨੇਚਰ ਤਾਂ ਸੀ, ਜੋ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ, ਸਤੋ ਪ੍ਰਧਾਨ, ਜਿਸ ਦੇ ਅੰਦਰ ਪਿਆਰ ਵੀ ਸੀ ਔਰ ਜਿਸ ਦੇ ਅੰਦਰ ਆਤਮਾ ਨੂੰ ਆਪਣੀ ਪੂਰਨ ਸਿਮਰਤੀ ਦਾ ਗਿਆਨ ਸੀ। ਇਸ ਵਾਸਤੇ ਗੀਤਾ ਦੇ ਵਿੱਚ ਕਈ ਵਾਰ ਇਹ ਵਰਣਨ ਆਉਂਦਾ ਹੈ, ਆਤਮ ਸਿਮਰਤੀ, ਆਤਮ ਸਿਮਰਤੀ। ਆਤਮ ਸਿਮਰਤੀ ਅੱਜ ਕਿਸੇ ਨੂੰ ਵੀ ਨਹੀਂ, ਔਰ ਦੇਹ ਦੀ ਸਿਮਰਤੀ ਦੇ ਕਾਰਨ ਲੋਕ ਆਪਣੀ ਪਰਸਨੈਲਿਟੀ ਬਣਾ ਰਹੇ ਹਨ। ਪਰ ਅਸਲੀ ਪਰਸਨੈਲਿਟੀ ਕੀ ਸੀ? असली पर्सनैलिटी सी कि जो अध्यात्मिकता है, स्पिरिचुअलिटी है, जदों वो मैडिटेशन के द्वारा, जिन ब्रह्मा कुमारी ने राज योगा का नाम दिता है, उसके द्वारा असी वही खोईया हुई शक्तियां, वही शक्ति जो गुण और श्रेष्ठ कर्म करने की कला साडे विच आउणी शुरू हो जाती। अज कोई एक बंदा इसका अनुभवी नहीं है। अज मैं देख रहा लखां ही लोग राजयोग का अभ्यास करन लगे, उन्हां दे अनुभव वंडरफुल रहे, उन्हां दा स्वास्थ्य बहुत अच्छा होने लगे, क्योंकि उन्हां दी सोच दे विच अंतर आया, पॉजिटिव सोच आई। पहला तो बीमारी जो आई उसकी जड़ आपां ढूंढी। पहला बीमारी मन च आई, मन विकृत हो गया, बुद्धि का साथ ले करके, लगाम फड़ करके विषय वाल दौड़ गया, संसारक दे चों होणियां वालियां प्राप्तियां, अल्पकाल दा सुख, ओदे वल ओदे विच भी फिर कईयां दा त्याग, संन्यास वल चला गया कि संसारक सुख तां थोड़ी देर दा सुख है, उस तो मगरों दुख है। तां उस तो मगरों जदों मन दे अंदर ये टेंशन आई तां ये बीमारी पहला साडे आंतरिक शरीर विच चली गई। आंतरिक शरीर नूं कहा जांदा शटल बॉडी, सूक्ष्म तन। सूक्ष्म तन साडे ये हड्डी मास दे तन दे नाल जुड़िया होया। जदों ये तनाव इन्ना वध गया, साडे सामने ये घटना आईयां, वो साडे कर्मां दे अनुसार ही आईयां, तां उन्हां ने साडे शरीर विच प्रवेश कर लिया, तां शरीर दे अनेक अंगां नूं ग्रिप कर करके शरीरक बीमारियां आउणियां शुरू हो। अज दे इस एपीसोड दे विच मैं ये चारे प्रकार दी स्वास्थ्य नूं आपस विच ही जोड़दा होया, पहला मानसिक स्वास्थ्य नूं अच्छा बना लईए तां तिन्ने प्रकार दी स्वास्थ्य ठीक हो जाएगी। इस दे साथ ही मैं अज विराम दिंदा होया फिर आपां अगली कड़ी विच चालू रखांगे। सत श्री अकाल।